ਸੋ ਹੁਣ ਗੱਲ ਕਰਾਂਗੇ ਇੱਕ G2 ਵਾਲੇ ਦੀ ਫੇਲੀਅਰ ਵਾਲੀ ਟੈਸਟ ਰਿਪੋਰਟ ਨੂੰ ਐਨਾਲਿਸਿਸ, ਜਿਹਦੇ ਵਿੱਚ ਰੀਜ਼ਨ ਆਫ ਡਿਸਕੁਆਲੀਫਿਕੇਸ਼ਨ ਜੱਜ ਕਰਾਂਗੇ। ਰਾਈਟ ਆਫ ਵੇ, ਇਹ ਬੜਾ ਵੱਡਾ ਮਸਲਾ ਹੈ। ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਜਾਂ ਬਾਹਰੋਂ ਆਉਂਦੇ ਹਾਂ, ਸਾਨੂੰ ਨਹੀਂ ਪਤਾ ਹੁੰਦਾ ਇੱਥੇ ਰਾਈਟ ਆਫ ਵੇ ਦਾ ਕੀ ਮਸਲਾ ਹੈ। ਇੱਥੇ ਰਾਈਟ ਆਫ ਵੇ ਦਾ ਬਹੁਤ ਮਸਲਾ ਹੈ। ਸੋ ਜੇ ਇੱਕ ਕਾਰ ਆ ਰਹੀ ਹੈ, ਤੁਸੀਂ ਸਟਾਪ ਸਾਈਨ 'ਤੇ ਖੜ੍ਹੇ ਹੋ, 1 ਵੇ ਸਟਾਪ ਸਾਈਨ ਹੈ, ਸੋ ਰਾਈਟ ਆਫ ਵੇ ਕਿਹਦਾ? ਇਸ ਕਾਰ ਦਾ। ਤੁਸੀਂ ਰੁਕੋਗੇ, ਬੱਚੇ ਜਦੋਂ ਪਹਿਲੀ ਵਾਰ ਆਉਂਦੇ ਨੇ ਉਹ ਇੱਦਾਂ ਜਾ ਰਹੇ ਹੁੰਦੇ ਨੇ, ਇਸ ਕਾਰ ਨੂੰ ਦੇਖ ਕੇ ਡਰ ਜਾਂਦੇ ਨੇ, ਸਲੋ ਹੋ ਜਾਂਦੇ ਨੇ ਵੀ ਇਹ ਆ ਜਾਏਗੀ। ਇਸ ਕੰਟਰੀ ਦੇ ਵਿੱਚ ਸਟਾਪ ਸਾਈਨਸ ਵਾਲੀ ਗੱਡੀ ਰੁਕੇਗੀ ਅਤੇ ਤੁਸੀਂ ਜਾਓਗੇ ਅੰਟਿਲ ਅਨਲੈਸ ਕਿ 1 ਵੇ ਜਾਂ 2 ਵੇ ਹੈ। ਜੇ ਆਲ ਵੇ ਹੈ ਤਾਂ ਜੋ ਪਹਿਲਾਂ ਆਏਗਾ ਉਹ ਜਾਏਗਾ। ਸਿਮਿਲਰਲੀ ਜੇ ਕਿਸੇ ਪੈਡਿਸਟਰੀਅਨ ਨੇ ਕ੍ਰਾਸ ਕਰਨਾ ਹੈ, ਤੁਸੀਂ ਵੀ ਕ੍ਰਾਸ ਕਰਨਾ ਹੈ, ਤਾਂ ਰਾਈਟ ਆਫ ਵੇ ਕਿਹਦਾ ਹੈ? ਪੈਡਿਸਟਰੀਅਨ ਦਾ। ਆਲਵੇਜ਼ ਪੈਡਿਸਟਰੀਅਨ ਹੈਜ਼ ਅ ਰਾਈਟ ਆਫ ਵੇ। ਇਸੇ ਤਰ੍ਹਾਂ ਨਾਲ ਐਮਰਜੈਂਸੀ ਵਹੀਕਲ ਆ ਰਹੀ ਹੈ, ਤੁਸੀਂ ਜਾ ਰਹੇ ਹੋ, ਕਿਹਦਾ ਰਾਈਟ ਆਫ ਵੇ ਹੈ? ਐਮਰਜੈਂਸੀ ਵਹੀਕਲ। ਤੁਸੀਂ ਕੀ ਕਰੋਗੇ? ਸਾਈਡ 'ਤੇ ਰੋਕੋਗੇ। ਸੋ ਐਮਰਜੈਂਸੀ ਵਹੀਕਲ ਰਾਈਟ ਆਫ ਵੇ ਦੇ ਅੰਦਰ ਥੱਲੇ 3 ਚੀਜ਼ਾਂ ਲਿਖੀਆਂ: ਪੈਡਿਸਟਰੀਅਨ, ਸੈਲਫ। ਸੋ ਰਾਈਟ ਆਫ ਵੇ ਦੇ ਵਿੱਚ 3 ਚੀਜ਼ਾਂ ਲਿਖੀਆਂ: ਪੈਡਿਸਟਰੀਅਨ, ਸੈਲਫ, ਅਦਰ ਟ੍ਰੈਫਿਕ, ਯਾਨੀ ਕਿ ਅਦਰ ਵਹੀਕਲ। ਪੈਡਿਸਟਰੀਅਨਸ ਮੀਨਸ ਪੈਡਿਸਟਰੀਅਨ, ਜੇ ਕਿਸੇ ਪੈਡਿਸਟਰੀਅਨ ਦਾ ਹੱਕ ਸੀਗਾ ਉਹ ਮਰ ਰਿਹਾ। ਸੈਲਫ ਮਤਲਬ ਮੇਰਾ ਰਾਈਟ ਆਫ ਵੇ ਸੀਗਾ, ਮੈਂ ਜਾਣਾ ਸੀ ਪਰ ਮੈਂ ਦੂਜੇ ਨੂੰ ਭੇਜੀ ਜਾ ਰਿਹਾ ਅੱਗੇ, ਅਤੇ ਉਹ ਮੇਰੀ ਵੇਟ ਕਰ ਰਿਹਾ ਨਹੀਂ ਕਰ ਰਿਹਾ, ਆਈ ਡੋਂਟ ਨੋ, ਬਟ ਮੈਂ ਜਾਣਾ ਸੀਗਾ। ਫੋਰ ਐਗਜ਼ਾਮਪਲ ਆਲਵੇਜ਼ ਸਟਾਪ ਸਾਈਨ ਹੈ, ਉੱਥੇ ਅਸੀਂ ਰੁਕੇ ਹਾਂ ਅਤੇ ਸਾਰਿਆਂ 'ਚੋਂ ਵਾਰੀ ਮੇਰੀ ਸੀ ਅਤੇ ਮੈਂ ਖੜ੍ਹਿਆ ਹੋਇਆ, ਅਤੇ ਰਾਈਟ ਆਫ ਵੇ ਕਿਹਦਾ ਸੀ? ਮੇਰਾ। ਅਦਰ ਟ੍ਰੈਫਿਕ ਮਤਲਬ ਕਿ ਕੋਈ ਹੋਰ ਆ ਰਿਹਾ, ਅਸੀਂ ਉਹਦੇ ਅੱਗੇ ਗੱਡੀ ਪਾ ਲਈ, ਰਾਈਟ ਆਫ ਵੇ ਕਿਹਦਾ ਸੀ? ਉਹਦਾ। ਸੈਕਿੰਡ, ਇੰਟਰਸੈਕਸ਼ਨਸ। ਜਦੋਂ ਨਵਾਂ ਬੱਚਾ ਗੱਡੀ ਚਲਾਉਂਦਾ ਹੈ, ਉਹ ਕੰਟਰੋਲਡ ਹੈ ਕਿ ਇਨਕੰਟਰੋਲਡ ਹੈ, ਮਤਲਬ ਉਹ ਇੰਟਰਸੈਕਸ਼ਨਸ 'ਤੇ ਮੁੜਦਾ ਸਿੱਧਾ ਜਾਂਦਾ, ਸਮਝ ਆ ਰਹੀ ਉਹਨੂੰ ਕਿ ਉਹ ਡਰ ਰਿਹਾ, ਉਹਨੂੰ ਸਮਝ ਹੀ ਨਹੀਂ ਹੈ ਕਿ ਰਾਈਟ ਆਫ ਵੇ ਮੇਰਾ, ਕੰਫਰਟੇਬਲ ਨਹੀਂ ਹੈਗਾ ਮੋੜ ਵੇਲੇ, ਕੰਟਰੋਲਡ ਹੈ ਉਹਦੀ ਇੰਟਰਸੈਕਸ਼ਨ, ਕਿ ਕੰਟਰੋਲ ਨਹੀਂ ਹੈ। ਪੇਮੈਂਟ ਜਾਂ ਲੇਨ ਮਾਰਕਿੰਗ, ਜਿੰਨੀਆਂ ਵੀ ਲਾਈਨਾਂ ਬਣੀਆਂ ਥੱਲੇ, ਡਾਟਡ, ਸਿੱਧਾ, ਸਾਈਕਲਿਸਟ ਲੇਨ, ਆਪਣੀ ਲੇਨ, ਦੂਜੇ ਦੀ ਲੇਨ, ਯੈਲੋ ਲੇਨ, ਵਾਈਟ ਲੇਨ, ਡਾਟਡ ਲੇਨਸ, ਇਹ ਸਾਰੀ ਲੇਨਸ ਬਾਰੇ ਉਹਨੂੰ ਨੌਲੇਜ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ। ਅਗਲਾ ਕੀ ਹੈ? ਟ੍ਰੈਫਿਕ ਸਾਈਨਸ ਐਂਡ ਸਿਗਨਲਸ। ਉਹੀ ਸਾਰੇ ਸਿਗਨਲਸ, ਲਾਈਟਾਂ, ਬੱਤੀਆਂ, ਬੋਰਡ, ਸਪੀਡ ਲਿਮਿਟ, ਸਾਰੀਆਂ ਚੀਜ਼ਾਂ ਰਾਈਟ ਆਫ ਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਈਨ ਬੋਰਡ ਲੱਗਾ ਹੈ, ਪੈਡਿਸਟਰੀਅਨ ਦੀ ਕ੍ਰਾਸਿੰਗ ਦਾ, ਸਪੀਡ, ਸਭ ਕੁਝ ਜਿਹੜਾ ਹੈ ਉਹ ਉਹਦੇ ਬਾਰੇ। ਬੈਕਿੰਗ ਮੈਨੂਵਰਸ, 3 ਪੁਆਇੰਟ ਟਰਨ, ਪੈਰਲਲ ਪਾਰਕਿੰਗ, ਕਿਸੇ ਵੀ ਰਿਵਰਸ ਪਾਰਕਿੰਗ, ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਵਿੱਚ ਬੈਕ ਕਰਨ ਵੇਲੇ ਉਹ ਧਿਆਨ ਦੇ ਕੇ ਬੈਕ ਕਰ ਰਿਹਾ ਹੈ ਕਿ ਬਸ ਉਵੇਂ ਸ਼ੀਸ਼ਾ ਦੇਖ ਕੇ ਆਈ ਜਾ ਰਿਹਾ, ਉਹਦੀ ਬੈਕਿੰਗ ਠੀਕ ਹੈ ਕਿ ਨਹੀਂ, ਇਹ ਉਹਦਾ ਹੈ। ਫੋਲੋਇੰਗ ਡਿਸਟੈਂਸਿਸ, ਇੱਕ ਕਾਰ ਤੋਂ ਦੂਜੀ ਕਾਰ ਦਾ ਡਿਸਟੈਂਸ ਇੰਡੀਆ ਵਿੱਚ ਹੋਏਗਾ ਨਾਲ ਨਾਲ ਜੋੜ ਕੇ ਚਲਾਉਣਾ, ਇੱਥੇ ਦੇ ਲਾਅ ਦੇ ਵਿੱਚ ਅੱਛਾ ਖਾਸਾ ਡਿਸਟੈਂਸ ਇੱਕ ਕਾਰ ਦੇ ਲਗਭਗ ਰੱਖ ਕੇ ਚੱਲੋ ਤਾਂ ਐਜ਼ ਅ ਨਿਊ ਡਰਾਈਵਰ ਇਟਸ ਵੈਰੀ ਅਮੇਜ਼ਿੰਗ। ਉਸ ਤੋਂ ਬਾਅਦ ਟਰਨਿੰਗ ਮੈਨੂਵਰਸ ਐਂਡ ਇੰਟਰਸੈਕਸ਼ਨ, ਜਦੋਂ ਤੁਸੀਂ ਮੁੜਦੇ ਹੋ ਇੱਧਰ ਉੱਧਰ, ਤੁਸੀਂ ਇੱਦਾਂ ਝਟਕੇ ਮਾਰ ਕੇ ਤਾਂ ਨਹੀਂ ਮੁੜ ਰਹੇ, ਤੁਹਾਡੀ ਕੰਫਰਟੇਬਿਲਿਟੀ ਹੈ ਜਾਂ ਨਹੀਂ ਹੈ, ਸੋ ਇੱਦਾਂ ਕਰਕੇ ਤਾਂ ਨਹੀਂ ਮੁੜ ਰਹੇ, ਸੋ ਕੰਫਰਟੇਬਲੀ ਇੱਦਾਂ ਗੱਡੀ ਰੋਲ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਇਹ ਉਸ ਚੀਜ਼ ਦਾ ਹੈ। ਪਾਰਕਿੰਗ ਸਕਿੱਲਸ, ਪੈਰਲਲ ਪਾਰਕਿੰਗ, 3 ਪੁਆਇੰਟ ਟਰਨ, ਅਪਹਿਲ, ਡਾਊਨਹਿਲ, ਐਮਰਜੈਂਸੀ, ਰਿਵਰਸ, ਇਹ 5-6 ਪਾਰਕਿੰਗਸ ਦੇ ਵਿੱਚੋਂ ਤੁਹਾਡੀ ਪਾਰਕਿੰਗ ਸਕਿੱਲਸ ਵਿੱਚ ਸਭ ਤੋਂ ਜ਼ਿਆਦਾ ਪੈਰਲਲ ਪਾਰਕਿੰਗ ਹੀ ਜ਼ਿਆਦਾ ਹੁੰਦੀ ਹੈ ਜਿਹੜੀ ਫੇਲ ਕਰਾਉਂਦੀ ਬੱਚਿਆਂ ਨੂੰ। ਉਹ ਜੇ ਗਲਤ ਲੱਗੀ ਤਾਂ ਉਹ ਲਿਖ ਜਾਏਗਾ। ਉਸ ਤੋਂ ਬਾਅਦ ਸਪੀਡ ਲਿਮਿਟਸ, ਇਨਐਡਿਕੁਏਟ ਸਕਿੱਲਸ ਟੂ ਕੰਪਲੀਟ ਟੈਸਟ, ਸੇਮ ਜੇ ਤੁਸੀਂ ਪੂਰਾ ਗਲਤੀਆਂ ਹੀ ਕਰੀ ਜਾ ਰਹੇ ਹੋ ਪਹਿਲੇ 5 ਮਿੰਟ ਤੇ ਉਹ ਤੁਹਾਨੂੰ ਅਗਲੇ 15 ਮਿੰਟ ਤੁਹਾਡੇ 'ਤੇ ਨਾ ਖਰਾਬ ਕਰਕੇ ਤੁਹਾਨੂੰ ਵਾਪਸ ਲਿਆਏਗਾ ਐਂਡ ਫੇਲ ਕਰ ਦੇਗਾ ਅਤੇ ਦੁਬਾਰਾ ਸਿੱਖ ਕੇ ਆਓ। ਅਤੇ ਲਾਸਟ ਕੀ ਹੈ? ਟੂ ਮੈਨੀ ਐਰਰਸ, ਜੇ ਤੁਹਾਡੇ ਐਰਰਸ ਇੱਕ ਲਿਮਿਟ ਤੋਂ ਉੱਪਰ ਚਲੇ ਗਏ ਤਾਂ ਤੁਹਾਡੇ ਟੂ ਮੈਨੀ ਐਰਰਸ ਵਿੱਚ ਖਤਮ ਹੋ ਜਾਓਗੇ ਤੁਸੀਂ। ਸੋ ਟੂ ਮੈਨੀ ਐਰਰਸ ਮਤਲਬ ਕਿ ਵੱਡਾ ਕੋਈ ਗਲਤੀ ਨਹੀਂ ਹੋਈ, ਬਟ ਛੋਟੀਆਂ ਕਦੀ ਸਿਗਨਲ ਨਹੀਂ ਬੰਦ ਕੀਤਾ, ਲੇਨ 'ਤੇ ਚਲਾਇਆ, ਕਦੀ ਸਪੀਡ ਮੇਨਟੇਨ ਨਹੀਂ ਕੀਤੀ, ਕਦੀ ਕੋਈ ਵੀ ਛੋਟੀ ਗਲਤੀ ਹੈ, ਸਿਗਨਲ ਬੰਦ ਨਹੀਂ ਕੀਤਾ, ਬਲਾਈਂਡ ਸਪੌਟ ਨਹੀਂ ਦੇਖਿਆ, ਟ੍ਰੈਫਿਕ ਵਾਚ ਨਹੀਂ ਕੀਤੀ, ਸਰਾਊਂਡਿੰਗ ਚੈੱਕ ਨਹੀਂ ਕੀਤੀ, ਸਿਗਨਲ ਬੰਦ ਨਹੀਂ ਕੀਤਾ, ਲੇਟ ਦਿੱਤਾ ਸਿਗਨਲ ਬੰਦ ਨਹੀਂ ਕੀਤਾ, ਸਿਗਨਲ ਦਿੱਤਾ ਹੀ ਨਹੀਂ, ਸਿਗਨਲ ਦਿੱਤਾ ਪਰ ਲੇਟ ਦਿੱਤਾ, ਇੱਦਾਂ ਦੀ ਕੋਈ ਵੀ ਛੋਟੀ ਚੀਜ਼ਾਂ, ਜਿੱਦਾਂ ਲੇਨ ਦੀ ਮਾਰਕਿੰਗ 'ਤੇ ਵੀ ਚਲਾਤਾ, ਹੱਥ ਵੀ ਟੇਢਾ ਹੁੰਦਾ ਹੈ, ਝਟਕਾ ਵੀ ਲੱਗਦਾ ਹੈ, ਰੇਸ ਨਹੀਂ ਠੀਕ ਦਿੰਦੇ, ਬ੍ਰੇਕ ਨਹੀਂ ਕੁੱਟ ਕੇ ਮਾਰਦੇ ਹੋ, ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਟੂ ਮੈਨੀ ਐਰਰਸ। ਨੋ ਮੈਟਰ ਤੁਹਾਡੇ ਤੋਂ ਇੱਕ ਮੇਜਰ ਹੋਈ ਨਾ ਹੋਈ, ਇੱਕ ਜਿਹੜੀ ਮੇਜਰ ਨਹੀਂ ਵੀ ਹੋਈ, ਜਿਹੜੀ ਟੂ ਮੈਨੀ ਐਰਰਸ ਕਰਕੇ ਤੁਸੀਂ ਫੇਲ ਹੋ ਜਾਓਗੇ, ਛੋਟੀ ਸਾਰੀ ਗਲਤੀਆਂ ਤੁਹਾਨੂੰ ਲੈਂਡ ਬਣ ਗਈਆਂ। ਸੋ ਇਹ ਸੀ ਇੱਕ ਫੇਲ G2 ਐਂਡ ਫੇਲ G ਦੀ ਰਿਪੋਰਟ ਦਾ ਰੀਜ਼ਨ ਆਫ ਡਿਸਕੁਆਲੀਫਿਕੇਸ਼ਨ ਦਾ ਐਨਾਲਿਸਿਸ। ਸੋ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੋਵੇ ਪਲੀਜ਼ ਕਾਲ ਕਰਨਾ, ਨੰਬਰ ਹੈਗਾ ਮੇਰਾ। ਐਂਡ ਥੈਂਕ ਯੂ ਸੋ ਮਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੜਾ ਡਿਫਰੈਂਟ ਕੰਟੈਂਟ ਲੈ ਕੇ ਆਵਾਂਗੇ।